ਲਿਖੀਏ ਕੁਝ ਇਸ ਤਰ੍ਹਾਂ ਦਾ ਹਰ ਕੋਈ ਜਿਸ ਨੂੰ ਪੜ੍ਹੇ, ਜਿਸ ਲਈ ਲਿਖਿਆ ਗਿਆ ਇਨਸਾਨ ਕੁਝ ਐਸਾ ਕਰੇ। 6ਵੀਂ ਸ਼੍ਰੇਣੀ ਦੀ ਸਵਾਗਤ ਜ਼ਿੰਦਗੀ ਕਿਤਾਬ ਦੀ ਗੱਲ ਕਰਦਿਆਂ ਲੱਗਦਾ ਹੈ ਕਿ ਇਹ ਕਿਤਾਬ ਕਿਆ ਕਮਾਲ ਦੀ ਕਿਤਾਬ ਬਣਾਈ ਗਈ ਹੈ। ਬਹੁਤ ਬਹੁਤ ਮੁਬਾਰਕਬਾਦ ਦੇ ਹੱਕਦਾਰ ਹਨ ਇਸ ਕਿਤਾਬ ਦੀ ਰਚਨਾ ਕਮੇਟੀ ਦੇ तमाम ਮੈਂਬਰਾਂ। ਇਸ ਦੇ ਵਿੱਚ 9 ਪਾਠ ਹਨ, ਅਧਿਆਏ ਹਨ। ਤਤਕਰਾ ਬੱਚਿਓ, ਜਿਸमें ਤੁਸੀਂ ਸਮਝਦੇ ਹੋ ਜਿਹੜਾ ਇੰਡੈਕਸ ਹੁੰਦਾ, ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ 9 ਪਾਠਾਂ ਦੇ ਕੀ ਨਾਂ ਹਨ, ਕਿਤਾਬ ਵਿੱਚ ਕਿਹੜੇ ਕਿਹੜੇ ਲੈਸਨ ਹਨ, ਕਿੰਨੇ ਨੰਬਰ ਪੰਨੇ 'ਤੇ ਹਨ। ਸੋ ਸੋਹਣੇ ਰੰਗਾਂ ਦੇ ਵਿੱਚ ਬਹੁਤ ਹੀ ਸੋਹਣੀਆਂ ਸੋਹਣੀਆਂ ਗਤੀਵਿਧੀਆਂ ਸਮਝਾਈਆਂ ਗਈਆਂ ਹਨ। ਅਤੇ ਪਹਿਲੀ ਹੀ ਕਮਾਲ ਦੀ ਚੀਜ਼ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਨਾਲੋਂ ਨਿਵੇਕਲੀ ਹੈ। ਆਪਣੀ ਤਸਵੀਰ ਲਗਾ ਕੇ ਤੁਸੀਂ ਮੇਰੀ ਪਹਿਚਾਣ ਤਹਿਤ ਲਿਖਣਾ ਹੈ ਆਪਣਾ ਨਾਂ, ਮਾਤਾ ਪਿਤਾ ਦਾ ਨਾਂ, ਦਾਦਾ ਦਾਦੀ, ਨਾਨਾ ਨਾਨੀ ਦਾ ਨਾਂ, ਆਪਣਾ ਸਭ ਤੋਂ ਖਾਸ ਗੁਣ ਤੁਹਾਨੂੰ ਕਿਹੜਾ ਲੱਗਦਾ ਹੈ ਅਤੇ ਕੀ ਹੈ ਤੁਹਾਡੇ ਜੀਵਨ ਦਾ ਉਦੇਸ਼। ਉਦੇਸ਼ ਮਤਲਬ ਮਨੋਰਥ, ਤੁਸੀਂ ਕੀ ਕਰਨਾ ਚਾਹੁੰਦੇ ਹੋ ਆਪਣੇ ਜੀਵਨ 'ਚ। ਸਭ ਤੋਂ ਪਹਿਲੇ ਪਾਠ ਦੀ ਗੱਲ ਕਰਦੇ ਹਾਂ, ਖਾਣ ਦੀਆਂ ਚੰਗੀਆਂ ਆਦਤਾਂ। ਸੋ ਦੱਸਿਆ ਗਿਆ ਕਿ ਖਾਣਾ ਜ਼ਰੂਰੀ ਹੈ, ਪਰ ਬੁੱਧੀਮਾਨ ਰੂਪ ਵਿੱਚ ਖਾਣਾ ਇੱਕ ਕਲਾ ਹੈ। ਸੋ ਜਿਵੇਂ ਸਾਡੇ ਕੋਲ ਪੇਂਟਿੰਗ ਕਰਨੀ, ਡਾਂਸ ਕਰਨਾ, ਗਾਉਣਾ, ਇਹ ਵੀ ਕਲਾਵਾਂ ਹਨ, ਉਵੇਂ ਹੀ ਇੱਕ ਕਲਾ ਹੈ ਚੰਗੇ ਸੁਚੱਜੇ ਢੰਗ ਨਾਲ ਖਾਣਾ। ਤਾਂ ਫਿਰ ਜਾਣੀਏ ਖਾਣ ਦੀਆਂ ਚੰਗੀਆਂ ਮਾੜੀਆਂ ਆਦਤਾਂ ਬਾਰੇ। ਇਹ ਦੇਖੋ, ਹਰੇ ਰੰਗ ਦੇ ਬਾਕਸ ਵਿੱਚ, ਡੱਬੇ ਵਿੱਚ 12 ਆਦਤਾਂ ਲਿਖੀਆਂ ਹੋਈਆਂ ਹਨ। ਤੁਸੀਂ ਉਹਨਾਂ ਬਾਰੇ ਦੱਸਣਾ ਕਿ ਤੁਸੀਂ ਇਹਨਾਂ 'ਚੋਂ ਕਿਹਨਾਂ ਨੂੰ ਅਪਣਾਉਂਦੇ ਹੋ। ਜਿਨ੍ਹਾਂ ਨੂੰ ਅਪਣਾਉਂਦੇ ਹੋ ਉਹਨਾਂ ਬਾਰੇ ਹਾਂ ਲਿਖੋ, ਦੂਸਰੇ ਬਾਰੇ ਜਿਹੜਾ ਨਾ ਉਹਦੇ ਵਿੱਚ ਤੁਸੀਂ ਟਿਕ ਕਰ ਦੇਣਾ। ਅੱਗੇ ਹੈ ਜੀ ਤੁਹਾਡੇ ਇਹਦੇ 'ਤੇ ਅੰਕ ਵੀ ਮਿਲਣੇ ਆ, ਨੰਬਰ ਵੀ ਲੱਗਣੇ ਆ ਤੁਹਾਡੇ। 2 ਨੰਬਰ ਦਾ ਇੱਕ ਤੁਹਾਡੀ ਆਦਤ ਦੇ ਪਿੱਛੇ ਮਿਲਣੇ ਆ, ਤਾਂ 24 ਅੰਕ ਹੈਗੇ। ਆਪਣਾ ਸਕੋਰ ਜ਼ਰੂਰ ਵੇਖਿਓ ਕਿੰਨਾ ਆਇਆ, ਔਰ ਬਿਲਕੁਲ ਸੱਚ ਬੋਲਣਾ, ਕਿਉਂਕਿ ਤੁਹਾਨੂੰ ਚੰਗੀਆਂ ਆਦਤਾਂ, ਸੱਚਾਈ, ਇਮਾਨਦਾਰੀ ਸਾਰੇ ਗੁਣ ਸਿਖਾਉਣ ਵਾਸਤੇ ਹੀ ਬਣੀ ਗਈ ਆ ਕਿਤਾਬ। ਸੋ ਅੱਗੋਂ ਭੁੱਖ ਕਹਾਣੀ ਦੱਸੀ ਗਈ ਆ। ਇਹ ਵੀ ਮਜ਼ੇਦਾਰ ਕਹਾਣੀ ਆ, ਮੈਂ ਨਹੀਂ ਇਸ ਬਾਰੇ ਦੱਸਣਾ, ਤੁਸੀਂ ਆਪ ਪੜ੍ਹਨੀ ਆ ਅਤੇ ਫਿਰ ਸਮਝਣੇ ਆ। ਇਹਦੇ ਵਿੱਚੋਂ ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦਾ ਤੁਸੀਂ ਜਵਾਬ ਦੇਣਾ। ਅੱਗੋਂ ਕੁਝ ਸਥਿਤੀਆਂ ਹਨ, ਇਹ ਬੱਚਿਓ ਤੁਹਾਡੇ ਪ੍ਰੈਕਟੀਕਲ ਵਿੱਚ ਵੀ ਪੁੱਛੀਆਂ ਜਾਣਗੀਆਂ, ਪ੍ਰਯੋਗੀ ਰੂਪ ਵਿੱਚ ਵੀ ਤੁਸੀਂ ਦੱਸਣੀਆਂ ਹਨ ਕਿ ਖਾਣਾ ਖਾਣ ਵੇਲੇ, ਜਿਵੇਂ ਇੱਕ ਤੁਹਾਡੇ ਸਾਥੀ ਵਿਦਿਆਰਥੀ ਦੀ ਇੱਕ ਉਦਾਹਰਨ ਲਈ ਗਈ ਆ। ਮੰਨ ਲਓ ਕੋਈ ਇਹੋ ਜਿਹਾ ਬੱਚਾ ਹੈ ਜਿਹੜਾ ਖਾਣਾ ਖਾਣ ਵੇਲੇ ਬਹੁਤ ਗੱਲਾਂ ਕਰਦਾ, ਤੁਸੀਂ ਉਸ ਦੀ ਆਦਤ ਨੂੰ ਕਿਵੇਂ ਸੁਧਾਰੋਗੇ। ਖਾਣ ਦੇ ਮੇਜ਼ 'ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜੇ ਕੋਈ ਬੱਚਾ ਕਲਾਸ ਦੇ ਵਿੱਚ ਹੀ ਪੜ੍ਹਾਈ ਸਮੇਂ ਟੌਫੀਆਂ ਜਾਂ ਹੋਰ ਕੋਈ ਚੀਜ਼ ਖਾਂਦਾ, ਉਹਦੀ ਆਦਤ ਸੁਧਾਰਨ ਲਈ ਤੁਸੀਂ ਕੀ ਕਰੋਗੇ। ਅੱਛਾ, ਇੱਕ ਵਿਦਿਆਰਥੀ ਅਜਿਹਾ ਜਿਹੜਾ ਬਹੁਤ ਜ਼ਿਆਦਾ ਭੋਜਨ ਬਰਬਾਦ ਕਰ ਦਿੰਦਾ, ਸੁੱਟ ਦਿੰਦਾ ਵਾ, ਤਾਂ ਉਸ ਨੂੰ ਭੋਜਨ ਦੀ ਕੀਮਤ ਕਿਵੇਂ ਸਮਝਾਓਗੇ ਤੁਸੀਂ। ਅਤੇ ਹੁਣ ਇਹ ਵੀ ਮੰਨ ਲਓ ਕਿ ਤੁਹਾਡੀ ਕਲਾਸ ਦਾ ਕੋਈ ਵਿਦਿਆਰਥੀ ਹੈ ਜਿਸ ਨੂੰ ਬਹੁਤ ਭੁੱਖ ਲੱਗੀ ਆ, ਤੁਸੀਂ ਉਹਦੀ ਮਦਦ ਕਿਵੇਂ ਕਰੋਗੇ। ਚਲੋ ਇਹੀ ਦੱਸੋ ਸੋਚ ਕੇ। ਤੁਹਾਡੇ ਕੋਲ ਟਿਫਨ ਹੋਏਗਾ ਤਾਂ ਤੁਸੀਂ ਉਹਦੇ ਨਾਲ ਆਪਣਾ ਖਾਣਾ ਸਾਂਝਾ ਕਰ ਸਕਦੇ ਹੋ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਹਨ। ਅਤੇ ਗਲਤ ਚੋਣ ਨੂੰ ਕੱਟ ਦੇਣਾ, ਜਿਹੜੀ ਜਿਹੜੀ ਤੁਹਾਨੂੰ ਲੱਗਦੀ ਹੈ ਆਪਸ਼ਨ ਜਾਂ ਵਿਕਲਪ ਗਲਤ ਆ, ਉਹਦੇ 'ਤੇ ਕ੍ਰੋਸ ਜਾਂ ਕਾਂਟਾ ਲਗਾ ਦੇਣਾ। ਅੱਗੋਂ ਬੱਚਿਓ ਖਾਣ ਦੀਆਂ ਚੰਗੀਆਂ ਆਦਤਾਂ ਬਾਰੇ ਤੁਸੀਂ ਲਿਖਣਾ, ਅਤੇ ਇਹਦੇ ਨਾਲ ਹੀ ਤੁਹਾਡਾ ਜਿਹੜਾ ਪਹਿਲਾ ਅਧਿਆਇ ਆ ਉਹ ਖਤਮ ਹੁੰਦਾ। ਅਤੇ ਇਸ ਦੇ ਅੰਤ 'ਤੇ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਕੋਈ ਸੁਝਾਅ ਦਿੱਤਾ ਜਾਏਗਾ। ਤੁਹਾਡੀ ਆਦਤ ਨੂੰ ਪਰਖ ਕੇ ਹੀ ਅਧਿਆਪਕ ਸਾਹਿਬਾਨ ਦੱਸਣਗੇ ਕਿ ਕੀ ਤੁਹਾਨੂੰ ਖਾਣ ਦੀਆਂ ਚੰਗੀਆਂ ਆਦਤਾਂ ਦਾ ਪਤਾ ਹੈ ਅਤੇ ਤੁਸੀਂ ਕਿਵੇਂ ਦੂਸਰਿਆਂ ਨੂੰ ਸੁਧਾਰਿਆ। ਦੂਸਰੇ ਅਧਿਆਇ ਵੱਲ ਆਉਂਦੇ ਹਾਂ, ਸਮੇਂ ਦਾ ਸੰਚਾਲਨ। ਸੰਚਾਲਨ ਹੁੰਦਾ ਚਲਾਉਣਾ, ਕਿ ਅਸੀਂ ਜਿਹੜਾ ਸਮਾਂ ਸਾਨੂੰ ਚਲਾ ਰਿਹਾ, ਅਸੀਂ ਉਸ ਨੂੰ ਕਿਸ ਤਰ੍ਹਾਂ ਨਾਲ ਸਹੀ ਤਰੀਕੇ ਨਾਲ ਵਰਤੋਂ ਵਿੱਚ ਲਿਆਉਣਾ। ਜਿਵੇਂ ਕਿ ਬਹੁਤ ਸੋਹਣੀ ਇੱਕ ਕਵਿਤਾ ਲਿਖੀ ਗਈ ਆ, ਭਲਾ ਬੁੱਝੋ, ਤੁਸੀਂ ਉਸ ਦਾ ਉੱਤਰ ਲੱਭਣਾ। ਦੱਸਿਆ ਗਿਆ, ਪਿਆਰੇ ਬੱਚਿਓ, ਇੱਕ ਬੱਚਾ ਸੀ, ਮਨ ਦਾ ਸੱਚਾ ਸੀ, ਪਰ ਸਮੇਂ ਦੀ ਪਾਬੰਦੀ 'ਚ ਕੱਚਾ ਸੀ। ਹਰ ਕੰਮ ਕਰਦਾ ਸੀ ਦੇਰੀ ਨਾਲ, ਸਕੂਲ ਪਹੁੰਚਦਾ ਸੀ ਦੇਰੀ ਨਾਲ, ਘਰ ਮੁੜਦਾ ਸੀ ਦੇਰੀ ਨਾਲ,
ਖੇਡਦਾ ਸੀ ਦੇਰੀ ਨਾਲ ਕਿਉਂਕਿ ਉਹ ਸਮੇਂ ਦੀ ਕਦਰ ਨਹੀਂ ਕਰਦਾ ਸੀ। ਭਲਾ ਬੁੱਝੋ ਉਹ ਬੱਚਾ ਕੌਣ ਸੀ? ਕੀ ਉਹ ਬੱਚੇ ਤੁਸੀਂ ਤਾਂ ਨਹੀਂ ਹੋ? ਸੋ ਆਪਣੇ ਅੰਦਰ ਝਾਤੀ ਮਾਰ ਕੇ ਪਤਾ ਕਰਨਾ ਕਿ ਤੁਸੀਂ ਸਮੇਂ ਦੀ ਕਿੰਨੀ ਕੁ ਕਦਰ ਕਰਦੇ ਹੋ। ਮੇਰੀ ਸਮਾਂ ਸਾਰਣੀ। ਹਾਂਜੀ ਬੱਚਿਓ, ਬਣਾਓ ਤੁਸੀਂ ਆਪਣੀ ਸਮਾਂ ਸਾਰਣੀ। ਮੈਂ ਸਵੇਰੇ ਕਿੰਨੇ ਵਜੇ ਉੱਠਦਾ ਹਾਂ, ਕਿੰਨੇ ਵਜੇ ਸਕੂਲ ਦਾ ਕੰਮ ਕਰਦਾ, ਕਦੋਂ ਸਕੂਲ ਪਹੁੰਚਦਾ, ਕਦੋਂ ਮੈਂ ਰਾਤ ਨੂੰ ਸੌਂਦਾ ਹਾਂ। ਸੱਚੋ ਸੱਚ ਸਮਾਂ ਲਿਖਣਾ ਇੱਥੇ। ਇਸੇ ਤਰ੍ਹਾਂ ਹੀ ਆਪਣੇ ਆਪ ਦੀ ਪਰਖ ਕਰਨੀ ਹੈ ਕਿ ਤੁਸੀਂ ਚੁਸਤ ਵਿਦਿਆਰਥੀ ਹੋ ਕਿ ਸੁਸਤ ਹੋ। ਹਮੇਸ਼ਾ ਕਦੇ ਕਦੇ ਜਾਂ ਕਦੇ ਵੀ ਨਹੀਂ ਵਾਲੇ ਕਾਲਮ ਦੇ ਵਿੱਚ ਤੁਸੀਂ ਭਰ ਦੇਣਾ। ਮੰਨ ਲਓ ਮੈਂ ਸਵੇਰੇ ਜਲਦੀ ਉੱਠਦਾ ਹਾਂ, ਅਗਰ ਤੁਸੀਂ ਹਮੇਸ਼ਾ ਹੀ ਜਲਦੀ ਉੱਠਦੇ ਹੋ ਤਾਂ ਤੁਸੀਂ ਹਮੇਸ਼ਾ ਵਾਲੇ ਕਾਲਮ ਵਿੱਚ ਭਰੋਗੇ। ਜੇ ਕਦੇ ਕਦੇ ਉੱਠਦੇ ਹੋ ਤਾਂ ਉਸ ਵਿੱਚ, ਤੇ ਜੇ ਕਦੇ ਵੀ ਨਹੀਂ ਜਲਦੀ ਉੱਠਦੇ ਤਾਂ ਤੁਸੀਂ ਸੱਚੋ ਸੱਚ ਉਸ ਕਾਲਮ 'ਚ ਭਰ ਦੇਣਾ ਹੈ। ਅੱਗੋਂ ਇੱਕ ਬਹੁਤ ਦਿਲਚਸਪ ਖੇਡ ਹੈ, ਗੀਟੀ ਸਿਖਾਵੇ ਸਮੇਂ ਦੀ ਕਦਰ। ਸੋ ਇਹ ਗੀਟੀਆਂ ਨੇ, ਇਹ ਵਾਲੀ ਖੇਡ ਤੁਸੀਂ ਖੇਡ ਕੇ ਵੇਖਣੀ ਆ, ਤੇ ਜਿਹੜੀ ਵੀ ਗੀਟੀ, ਜਿਹੜਾ ਅੰਕ ਤੁਹਾਡੇ ਸਾਹਮਣੇ ਉਸ ਗੀਟੀ ਦਾ ਆ ਜਾਏਗਾ, ਉਸ ਅੰਕ ਵਾਲੇ ਪ੍ਰਸ਼ਨ ਦਾ ਤੁਹਾਨੂੰ ਜਵਾਬ ਦੇਣਾ ਹੋਏਗਾ। ਦੇਖੋ ਕਿੰਨੀ ਮਜ਼ੇਦਾਰ ਆ। ਜੇ 1 ਅੰਕ ਵਾਲੀ ਆਉਂਦੀ ਹੈ ਤਾਂ ਹੋਰ ਪ੍ਰਸ਼ਨ ਆ, ਜੇ 2 ਅੰਕਾਂ ਵਾਲੀ ਹੈ ਤਾਂ ਹੋਰ ਪ੍ਰਸ਼ਨ ਆ। ਸੋ ਇਸ ਤਰ੍ਹਾਂ ਨਾਲ ਤੁਸੀਂ ਸਮੇਂ ਦੀ ਪਾਬੰਦੀ ਬਾਰੇ ਜੋ ਜਾਣਕਾਰੀ ਹਾਸਲ ਕੀਤੀ ਉਸ ਬਾਰੇ ਲਿਖਣਾ। ਹੁਣ ਤੁਸੀਂ ਆਪਣੇ ਕੰਮਾਂ ਦੀ ਵੰਡ ਕਰਨੀ ਆ ਕਿ ਸਮਾਂ ਤਾਂ ਬੱਚਿਓ ਦੇਖੋ ਸਾਰਿਆਂ ਕੋਲ ਉਹੀ 24 ਘੰਟੇ ਦਾ ਹੁੰਦਾ, ਪਰ ਤੁਸੀਂ ਕਿਹੜੇ ਕੰਮ ਨੂੰ ਕਿੰਨੀ ਕੁ ਪਹਿਲ ਦਿੰਦੇ ਹੋ, ਕਿਹੜਾ ਕੰਮ ਤੁਹਾਨੂੰ ਸਭ ਤੋਂ ਇੰਪੋਰਟੈਂਟ ਲੱਗਦਾ। ਇੱਥੇ 3 ਸ਼ਬਦ ਆਏ ਨੇ, ਪਹਿਲ, ਦੂਜ ਕਿ ਤੀਜ। ਮਤਲਬ ਤੁਹਾਡੀ ਫਸਟ ਪ੍ਰੈਫਰੈਂਸ ਕਿਹੜੀ ਆ, ਸੈਕਿੰਡ ਕਿਹੜੀ ਆ, ਥਰਡ ਪ੍ਰਾਇਓਰਟੀ ਕਿਹੜੀ ਆ, ਕਿਹੜਾ ਕੰਮ ਆ ਜਿਹਨੂੰ ਤੁਸੀਂ ਸਭ ਤੋਂ ਜ਼ਰੂਰੀ ਸਮਝਦੇ ਹੋ। ਫਿਰ ਅਜਿਹਾ ਕਿਹੜਾ ਕੰਮ ਆ ਜਿਹਨੂੰ ਕੁਝ ਸਮੇਂ ਲਈ ਟਾਲਿਆ ਜਾ ਸਕਦਾ, ਥੋੜ੍ਹਾ ਠਹਿਰ ਕੇ ਕੀਤਾ ਜਾ ਸਕਦਾ। ਸੋ ਕਿਹੜੇ ਕੰਮ ਨੂੰ ਕਿੰਨਾ ਸਮਾਂ ਦੇਣਾ, ਆ ਦੇਖੋ ਬਹੁਤ ਸੋਹਣਾ ਜਿਹਾ ਕਲੌਕ ਹੈਗਾ ਇੱਕ, ਤੇ ਉਹਦੇ ਅਨੁਸਾਰ ਤੁਸੀਂ ਇਹ ਭਰਨਾ। ਸੋ ਸਮੇਂ ਦੇ ਪ੍ਰਬੰਧਨ ਦੇ ਫਾਇਦੇ ਕੀ ਆ, ਇਹ ਵੀ ਅਸੀਂ ਜਾਣ ਚੁੱਕੇ ਹਾਂ। ਹੁਣ ਇੱਕ ਦਿਨ ਦੀ ਗੱਲ ਨਹੀਂ ਬੇਟਾ, ਤੁਸੀਂ ਪੂਰਾ ਆਪਣਾ 1 ਹਫ਼ਤੇ ਦਾ ਟਾਈਮ ਟੇਬਲ ਬਣਾ ਲੈਣਾ ਕਿ ਤੁਸੀਂ ਸੋਮ, ਮੰਗਲ, ਬੁੱਧਵਾਰ, ਵੀਰਵਾਰ ਇਸ ਤਰ੍ਹਾਂ ਦੇ ਸਾਰੇ ਦਿਨਾਂ ਦੇ ਵਿੱਚ ਆਪਣੀ ਸਮੇਂ ਦੀ ਸਾਰਣੀ ਬਣਾਉਣੀ ਹੈ, ਤੇ ਆਪਣੇ ਆਪ ਨੂੰ ਇੱਕ ਸਟਾਰ ਦੇਣਾ। ਇੱਥੇ ਟੀਚਰ ਨੇ ਸਟਾਰ ਨਹੀਂ ਦੇਣਾ, ਬੱਚੇ ਨੇ ਆਪ ਸਟਾਰ ਦੇ ਦੇਣਾ ਆਪਣੇ ਆਪ ਨੂੰ, ਅਗਰ ਤੁਸੀਂ ਸਹੀ ਤਰ੍ਹਾਂ ਨਾਲ ਸਮਾਂ ਦੀ ਸਾਰਣੀ ਬਣਾਉਂਦੇ ਹੋ, ਉਹਦੀ ਪਾਲਣਾ ਕਰਦੇ ਹੋ। ਕਿਉਂਕਿ ਤੁਸੀਂ ਸਾਈਨ ਵੀ ਕੀਤੇ ਹੋਣਗੇ ਤਾਂ ਫਿਰ ਇਸ ਤੋਂ ਮੁੱਕਰਨਾ ਨਹੀਂ ਹੈ। ਸੋ ਉਸ ਪਿੱਛੋਂ ਤੁਸੀਂ ਇੱਕ ਦ੍ਰਿੜ ਨਿਸ਼ਚੇ ਦਾ ਪ੍ਰਣ ਵੀ ਕਰਨਾ ਹੈ ਕਿ ਮੈਂ ਅੱਜ ਤੋਂ ਆਪਣੇ ਸਮੇਂ ਦੀ ਕਦਰ ਕਰਾਂਗਾ, ਸਮਾਂ ਸਾਰਣੀ ਬਣਾਵਾਂਗਾ। ਇਸੇ ਤਰ੍ਹਾਂ ਹੀ ਜਦ ਨੂੰ ਸਾਡਾ ਤੀਸਰਾ ਲੈਸਨ ਸ਼ੁਰੂ ਹੋ ਜਾਂਦਾ ਹੈ, ਸਿਹਤਮੰਦ ਪਰਿਵਾਰਿਕ ਸੰਬੰਧ। ਸੋ ਜਿਵੇਂ ਜਿਵੇਂ ਤੁਹਾਡੀ ਕਲਾਸ ਲੱਗਦੀ ਹੈ, ਅਗਲੇ ਹਫ਼ਤੇ ਅਗਲੀ ਕਲਾਸ ਲੱਗਦੀ ਹੈ, ਤਾਂ ਉਸ ਦੇ ਵਿੱਚ ਸਿਹਤਮੰਦ ਮਤਲਬ ਚੰਗੇ ਪਰਿਵਾਰਕ ਸੰਬੰਧਾਂ ਬਾਰੇ ਦੱਸਿਆ ਜਾਏਗਾ ਕਿ ਅਸੀਂ ਆਪਣੇ ਘਰ ਵਿੱਚ ਆਪਣੇ ਨਾਲ ਦਿਆਂ ਲਈ, ਮਾਪਿਆਂ ਲਈ, ਭੈਣ ਭਰਾਵਾਂ ਲਈ ਕਿੰਨੇ ਕੁ ਚੰਗੇ ਸੰਬੰਧ ਰੱਖਦੇ ਹਾਂ। ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੱਸਣੀ ਹੈ, ਉਹਨਾਂ ਦਾ ਨਾਂ ਤੇ ਰਿਸ਼ਤਾ ਲਿਖਣਾ। ਇਸ ਤੋਂ ਬਾਅਦ ਉਹ ਜਿਹੜੇ ਖੂਨ ਦੇ ਰਿਸ਼ਤੇ ਆ ਤੁਸੀਂ ਉਹਨਾਂ ਬਾਰੇ ਦੱਸਣਾ, ਕਿਹਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ। ਤੇ ਇਹ ਦੇਖੋ ਕਿੰਨਾ ਵਧੀਆ ਤੁਹਾਡੇ ਲਈ ਇੱਕ ਗੇਮ ਵਰਗਾ ਕਾਲਮ ਆ ਕਿ ਤੁਸੀਂ ਆਪਣੇ ਮਾਤਾ ਪਿਤਾ ਦੇ, ਦਾਦਾ ਦਾਦੀ, ਨਾਨਾ ਨਾਨੀ, ਉਹਨਾਂ ਬਾਰੇ ਤੁਸੀਂ ਲਿਖਣਾ ਹੈ ਕਿ ਉਹਨਾਂ ਦੀ ਉਮਰ, ਨਾਂ, ਮਨਪਸੰਦ, ਉਹਨਾਂ ਦਾ ਰੰਗ ਕਿਹੜਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਮੰਮੀ ਨੂੰ ਕਿਹੜਾ ਰੰਗ ਪਸੰਦ ਆ, ਡੈਡੀ ਨੂੰ ਕਿਹੜਾ ਰੰਗ ਪਸੰਦ ਆ, ਉਹਨਾਂ ਦਾ ਭੋਜਨ, ਉਹਨਾਂ ਦਾ ਸ਼ੌਕ ਕੀ ਆ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਨੀ ਆ। ਉਹਨਾਂ ਦਾ ਸੁਪਨਾ ਕੀ ਆ, ਕੀ ਕਰਨਾ ਚਾਹੁੰਦੇ ਆ, ਤੁਹਾਤੋਂ ਕੀ ਉਮੀਦ ਲਗਾਉਂਦੇ ਆ, ਉਹਨਾਂ ਦੀ ਸਭ ਤੋਂ ਵੱਡੀ ਨਿਰਾਸ਼ਾ, ਜਿਹੜੀ ਚੀਜ਼ ਕਰਕੇ ਉਹ ਉਦਾਸ ਹੁੰਦੇ ਆ, ਨਿਰਾਸ਼, ਮਾਯੂਸ ਹੁੰਦੇ ਆ, ਉਹ ਵੀ ਲਿਖਣਾ। ਉਹਨਾਂ ਦੇ ਸੁਭਾਅ ਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ, ਕਿਹੜੀਆਂ ਬੁਰੀਆਂ ਲੱਗੀਆਂ, ਤੇ ਉਹ ਕਿਹੜੇ ਗੁਣ ਆ ਜਿਹੜੇ ਤੁਹਾਡੇ ਨਾਲ ਮਿਲਦੇ ਆ, ਇਹ ਵੀ ਜ਼ਰੂਰ ਲਿਖਣਾ। ਮਾਂ ਦਿਵਸ, ਪਿਤਾ ਦਿਵਸ, ਦਾਦਾ ਦਾਦੀ ਦਾ ਜਿਹੜਾ ਦਿਵਸ ਹੁੰਦਾ, ਦਿਨ ਹੈਗਾ, ਉਹ ਮਨਾਉਣ ਦਾ ਵੀ ਰੁਝਾਨ ਹੈ, ਉਸ ਨਾਲ ਵੀ ਬੱਚਿਆਂ ਨੂੰ ਜੋੜਿਆ ਗਿਆ। ਤੇ ਫਿਰ ਤੁਸੀਂ ਆਪਣੇ ਮਾਪਿਆਂ ਨਾਲ ਜੋ ਤੁਹਾਡਾ ਵਰਤਾਅ ਹੈ ਉਸ ਬਾਰੇ ਲਿਖਣਾ ਕਿ ਤੁਸੀਂ ਹਮੇਸ਼ਾ ਹੀ ਸਤਿਕਾਰ ਨਾਲ ਪੇਸ਼ ਆਉਂਦੇ ਹੋ ਉਹਨਾਂ ਲਈ, ਕਿ ਕਦੇ ਕਦੇ ਸਤਿਕਾਰ ਰੱਖਦੇ ਹੋ, ਕਿ ਕਦੇ ਵੀ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ। ਇਸ ਆਧਾਰ 'ਤੇ ਤੁਸੀਂ ਆਪਣੇ ਅੰਕ ਦੇਖ ਸਕਦੇ ਹੋ। ਤੇ ਫਿਰ ਕੁਝ ਅਜਿਹੇ
ਕੰਮ ਜਾਂ ਕਿਰਿਆਵਾਂ ਜਿਹੜੀਆਂ ਤੁਸੀਂ ਆਪਣੇ ਮਾਪਿਆਂ ਬਾਰੇ ਜੋ ਲਿਖਦੇ ਹੋ ਦੱਸਣੀਆਂ ਕਿ ਉਹਨਾਂ ਦਾ ਆਦਰ ਤੁਸੀਂ ਕਿਵੇਂ ਕਰੋਗੇ, ਕੀ ਸਿੱਖਣਾ ਚਾਹੁੰਦੇ ਹੋ, ਪ੍ਰਸ਼ੰਸਾ ਕਿਵੇਂ ਕਰਨੀ ਆ, ਮਾफ़ੀ ਮੰਗੋਗੇ ਤਾਂ ਕਿਹੜੀ ਗੱਲ ਦੀ। ਇਸ ਤਰ੍ਹਾਂ ਨਾਲ ਅਸੀਂ ਆਪਣੇ ਪਰਿਵਾਰ ਦੇ ਸੰਬੰਧ ਸੁਖਾਵੇਂ ਬਣਾ ਸਕਦੇ ਹਾਂ। ਸਾਂਝ ਬਣਾ ਕੇ ਸਾਂਝ ਬਣਾਉਣੀ, ਵੰਡ ਕੇ ਖਾਣਾ, ਇਹ ਆਦਤ ਆਪਣੀ ਪਾਉਣੀ ਆ। ਚੌਥਾ ਅਧਿਆਇ ਹੈ ਜੀ ਚੰਗੀ ਛੋਹ ਤੇ ਮਾੜੀ ਛੋਹ ਦਾ। ਇਹ ਬਹੁਤ ਜ਼ਰੂਰੀ ਹੈ ਬੱਚਿਓ ਇਹਨੂੰ ਸਮਝਣਾ, ਕੁੜੀਆਂ ਲਈ ਖਾਸ ਤੌਰ ਤੇ ਮੁੰਡਿਆਂ ਲਈ ਵੀ ਓਨਾ ਹੀ ਜ਼ਰੂਰੀ ਹੈ। ਜਿਹੜੀ ਛੋਹ ਚੰਗੀ ਉਹੀ ਹੈ ਜਿਹੜੀ ਸਾਨੂੰ ਨਿੱਘ, ਆਰਾਮ, ਸੁਰੱਖਿਆ ਦਿੰਦੀ ਆ। ਜਿਵੇਂ ਕਿ ਮਾਂ ਦੀ ਗੋਦ ਵਿੱਚ ਬੱਚਾ ਬੜੀ ਸੁੱਖ ਸ਼ਾਂਤੀ ਮਹਿਸੂਸ ਕਰਦਾ। ਤੇ ਮਾੜੀ ਜਾਂ ਅਸੁਰੱਖਿਅਤ ਛੋਹ ਉਹ ਹੈ ਜਿਹੜੀ ਸਾਡੇ ਲਈ ਬੁਰੀ ਹੈ, ਸਾਡਾ ਨੁਕਸਾਨ ਕਰ ਸਕਦੀ ਆ, ਸਾਨੂੰ ਡਰਾ ਦਿੰਦੀ ਆ, ਬੇਚੈਨ ਕਰ ਦਿੰਦੀ ਆ, ਅਸੁਰੱਖਿਆ ਦੀ ਭਾਵਨਾ ਵਾਲੀ ਹੁੰਦੀ ਹੈ। ਹੁਣ ਤੁਸੀਂ ਇਹ ਕਿਰਿਆਵਾਂ ਦੇਖਣੀਆਂ ਅਤੇ ਨਾਲ ਦੱਸਣਾ ਕਿ ਕਿਹੜੀ ਕਿਰਿਆ ਚੰਗੀ ਛੋਹ ਵਾਲੀ ਆ ਤੇ ਕਿਹੜੀ ਬੁਰੀ ਵਾਲੀ ਆ। ਸੋ ਬੱਚੇ ਪੂਰਾ ਚਾਰਟ ਹੈ, ਜਿਵੇਂ ਅਧਿਆਪਕ ਤੁਹਾਨੂੰ ਜਦੋਂ ਥਾਪੀ ਦਿੰਦੇ ਆ, ਸ਼ਾਬਾਸ਼ ਦਿੰਦੇ ਆ, ਤਾਂ ਉਹ ਛੋਹ ਤੁਹਾਨੂੰ ਚੰਗੀ ਲੱਗਦੀ ਹੈ ਕਿ ਬੁਰੀ? ਦੱਸੋ। ਬਿਲਕੁਲ ਬਹੁਤ ਚੰਗੀ ਲੱਗਦੀ ਹੈ ਨਾ। ਇਸੇ ਤਰ੍ਹਾਂ ਜੇ ਕੋਈ ਵੱਡਾ, ਤਾਂ ਸਾਡੇ ਸਰੀਰ ਦੇ ਕੁਝ ਅੰਗ ਹਨ, ਸੌਖੇ ਸ਼ਬਦਾਂ ਵਿੱਚ ਜਿਨ੍ਹਾਂ ਅੰਗਾਂ ਨੂੰ ਅਸੀਂ ਢੱਕ ਕੇ ਰੱਖਦੇ ਹਾਂ, ਉਹ ਅੰਗਾਂ ਨੂੰ ਅਗਰ ਕੋਈ ਬੇਗਾਨਾ ਆ ਕੇ ਛੂਹੇ, ਗਲਤ ਢੰਗ ਨਾਲ ਉਹਨਾਂ ਨੂੰ ਸਪਰਸ਼ ਕਰੇ, ਤਾਂ ਅਸੀਂ ਚੁੱਪ ਨਹੀਂ ਰਹਿਣਾ ਬਲਕਿ ਉਹਦੀ ਸ਼ਿਕਾਇਤ ਕਰਨੀ ਆ। ਕਵਿਤਾ ਉਸ ਨੂੰ ਆਪਾਂ ਪੜ੍ਹਨਾ। ਸਿਆਣੇ ਬੱਚੇ, ਅਸੀਂ ਹਾਂ ਬੱਚੇ ਬੜੇ ਸਿਆਣੇ, ਸਮਝੋ ਨਾ ਸਾਨੂੰ ਨਿਆਣੇ। ਤੇ ਫਿਰ ਅੱਗੋਂ ਸਾਰੀ ਕਵਿਤਾ ਤੁਸੀਂ ਪੜ੍ਹਨੀ ਆ। ਬਹੁਤ ਪਿਆਰੀ ਕਵਿਤਾ ਇਹ, ਆਪਣੀ ਡਾਇਰੀ 'ਤੇ ਵੀ ਨੋਟ ਕਰ ਸਕਦੇ ਹੋ। ਅੱਗੋਂ ਕੁਝ ਸਥਿਤੀਆਂ ਦੱਸੀਆਂ ਨੇ ਕਿ ਜੇ ਕੋਈ ਅਜਨਬੀ ਤੁਹਾਨੂੰ ਚੋਕਲੇਟ ਦਿੰਦਾ, ਕੋਈ ਪੈਸੇ ਦਾ ਲਾਲਚ ਦਿੰਦਾ, ਤੁਸੀਂ ਕਿਵੇਂ ਉਸ ਤੋਂ ਦੂਰ ਹੋਣਾ, ਕੀ ਕਿਰਿਆ ਕਰਨੀ ਆ, ਉਹ ਸਭ ਕੁਝ ਦੱਸਿਆ ਗਿਆ। ਅਗਰ ਕੋਈ ਤੁਹਾਨੂੰ ਕਿਸੇ ਦੀ ਕੋਈ ਨੰਗੀ ਤਸਵੀਰ ਦਿਖਾਉਂਦਾ, ਇਹ ਵੀ ਗਲਤ ਹੈ। ਤੁਹਾਨੂੰ ਜ਼ਬਰਦਸਤੀ ਜੱਫੀ ਪਾਉਣ ਦੀ ਕੋਸ਼ਿਸ਼ ਕਰਦਾ, ਇਹ ਵੀ ਗਲਤ ਹੈ। ਸੋ ਇਸ ਤਰ੍ਹਾਂ ਦੇ ਮੌਕੇ 'ਤੇ ਤੁਸੀਂ ਕੀ ਵਿਹਾਰ ਕਰਨਾ, ਇਹ ਧਿਆਨ ਨਾਲ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਤੋਂ ਸਮਝਣਾ। ਤੇ ਤੁਹਾਡੀ ਕਿਤਾਬ ਦੇ ਉੱਪਰ ਵੀ ਲਿਖਿਆ ਹੋਇਆ 3 ਗੱਲਾਂ ਦਾ ਖਾਸ ਖਿਆਲ ਰੱਖਣਾ। ਨਾ ਕਰੋ, ਜਾਓ ਤੇ ਦੱਸੋ। ਜਿੱਥੇ ਵੀ ਤੁਹਾਨੂੰ ਕੁਝ ਗਲਤ ਲੱਗਦਾ ਉੱਥੇ ਨਾ ਕਰ ਦਿਓ, ਕਿਸੇ ਦੀ ਗੱਲ ਨਹੀਂ ਮੰਨਣੀ। ਤੇ ਫਿਰ ਉੱਥੋਂ ਦੂਰ ਚਲੇ ਜਾਓ, ਸੁਰੱਖਿਅਤ ਥਾਂ 'ਤੇ ਆਪਣੇ ਘਰ ਪਰਿਵਾਰ 'ਚ ਜਾਓ। ਤੇ ਕਈ ਵਾਰ ਘਰ ਦੇ ਵਿੱਚ ਵੀ ਕੋਈ ਸਮੱਸਿਆ ਆ ਜਾਂਦੀ ਹੈ, ਕੋਈ ਰਿਸ਼ਤੇਦਾਰ ਵੀ ਸਾਨੂੰ ਤੰਗ ਕਰ ਸਕਦਾ, ਤਾਂ ਫਿਰ ਅਸੀਂ ਆਪਣੇ ਕਿਸੇ ਜਿਹੜਾ ਕਰੀਬੀ ਤੇ ਸਮਝਦਾਰ, ਸਾਨੂੰ ਪਿਆਰ ਕਰਨ ਵਾਲਾ ਸਾਡਾ ਕੋਈ ਵੱਡਾ ਰਿਸ਼ਤੇਦਾਰ ਹੈ, ਮਾਂ ਹੈ, ਪਿਤਾ ਹੈ, ਦਾਦਾ ਦਾਦੀ, ਨਾਨਾ ਨਾਨੀ, ਉਹਨਾਂ ਨੂੰ ਦੱਸਣਾ। ਤੇ ਫਿਰ ਜਿਹੜਾ ਦੱਸਣਾ ਉਹ ਅਸੀਂ ਰੌਲਾ ਪਾ ਸਕਦੇ ਹਾਂ। ਚੰਗੀ ਤਰ੍ਹਾਂ ਆਲੇ ਦੁਆਲੇ ਪਤਾ ਲੱਗ ਜਾਵੇ ਤਾਂ ਹੀ ਅਸੀਂ ਆਪਣੀ ਸੁਰੱਖਿਆ ਕਰ ਸਕਦੇ ਹਾਂ। 5ਵਾਂ ਅਧਿਆਇ ਹੈ ਹਰ ਮਨੁੱਖ ਲਗਾਵੇ ਇੱਕ ਰੁੱਖ। ਇਹ ਤਾਂ ਮੈਨੂੰ ਪਤਾ ਹੈ ਕਿ ਬੱਚਿਆਂ ਨੂੰ ਬਹੁਤ ਸ਼ੌਕ ਹੈ ਪੌਦੇ ਲਗਾਉਣ ਦਾ, ਤੁਸੀਂ ਪਾਣੀ ਵੀ ਪਾਉਂਦੇ ਹੋ ਉਹਨਾਂ ਨੂੰ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਧਰਤੀ ਨੂੰ ਹਰਿਆ ਭਰਿਆ ਰੱਖਣਾ ਚਾਹੁੰਦੇ ਹਾਂ। ਇਹਦੇ ਲਈ ਤੁਸੀਂ ਕੋਈ ਪੋਸਟਰ ਵੀ ਬਣਾ ਲੈਂਦੇ ਹੋ, ਸਲੋਗਨ ਵੀ ਲਿਖਦੇ ਹੋ, ਤੇ ਸਭ ਤੋਂ ਜ਼ਰੂਰੀ ਹੈ ਕਿਆਰੀ ਬਣਾਉਣੀ, ਕੋਈ ਕਿਚਨ ਗਾਰਡਨ ਘਰ ਜਾਂ ਸਕੂਲ 'ਚ ਬਣਾ ਕੇ ਰੱਖਣਾ। 6ਵਾਂ ਅਧਿਆਇ ਹੈ ਵਹਿਮਾਂ ਭਰਮਾਂ ਤੋਂ ਬਚਾ। ਸੋ ਵਹਿਮ ਭਰਮ ਆ ਜਿਹੜੇ, ਇਹ ਸਾਡੇ ਮਨ ਦੇ ਸੋਚ ਦੇ ਕੁਝ ਡਰ ਤੇ ਭੁਲੇਖਿਆਂ 'ਚੋਂ ਪੈਦਾ ਹੋਏ ਹੁੰਦੇ ਆ। ਸੋ ਉੱਥੇ ਅਸੀਂ ਆਪਣੀ ਦਲੀਲ ਦੇ ਨਾਲ ਕਾਰਨ ਨੂੰ ਸਮਝਣਾ, ਨਾ ਕਿ ਅਸੀਂ ਅੰਧ ਵਿਸ਼ਵਾਸਾਂ ਦੇ ਵਿੱਚ ਪੈ ਜਾਣਾ। ਜਿਵੇਂ ਜੇ ਬਿੱਲੀ ਰਾਹ ਕੱਟ ਜਾਂਦੀ ਆ ਤਾਂ ਬੜੇ ਲੋਕ ਡਰ ਜਾਂਦੇ ਆ ਕਿ ਕੁਝ ਬੁਰਾ ਹੋਣ ਵਾਲਾ, ਜਦ ਕਿ ਅਜਿਹੀ ਕੋਈ ਗੱਲ ਨਹੀਂ ਹੁੰਦੀ। ਸੋ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਹੋਣ ਦੀ ਲੋੜ ਹੈ। ਇਸੇ ਤਰ੍ਹਾਂ ਰਾਤ ਨੂੰ ਜਦੋਂ ਦਰਖਤ ਕਾਰਬਨ ਡਾਈਆਕਸਾਈਡ ਛੱਡਦੇ ਆ, ਇਸ ਕਰਕੇ ਅਸੀਂ ਉਹਨਾਂ ਦੇ ਹੇਠਾਂ ਨਹੀਂ ਜਾਣਾ ਹੁੰਦਾ। ਇਹਦਾ ਕੋਈ ਹੋਰ ਕਾਰਨ ਨਹੀਂ ਹੁੰਦਾ, ਕੋਈ ਹੋਰ ਵਹਿਮ ਭਰਮ ਦੇ ਚੱਕਰ 'ਚ ਨਹੀਂ ਪੈਣਾ। ਕਰਨਾ ਕੀ ਹੈ, ਤੁਸੀਂ ਲਾਇਬ੍ਰੇਰੀ ਵਿੱਚ ਜਾਓ, ਅਖਬਾਰ ਪੜ੍ਹੋ, ਕਿਤਾਬਾਂ ਪੜ੍ਹੋ, ਆਪਣੀ ਜਾਣਕਾਰੀ ਨੂੰ ਵਧਾਓ, ਤੇ ਜਿੰਨੀ ਜਾਣਕਾਰੀ ਵਧੇਗੀ ਓਨੇ ਹੀ ਵਹਿਮ ਘਟਣਗੇ। 7ਵਾਂ ਅਧਿਆਇ ਹੈ ਜੀ ਸਹਿਯੋਗ ਅਤੇ ਸੰਬੰਧਤਾ। ਕਿਵੇਂ ਅਸੀਂ ਇੱਕ ਦੂਸਰੇ ਦੇ ਕੰਮ ਦੇ ਵਿੱਚ ਸਹਿਯੋਗ ਦੇਣਾ, ਸਹਾਰਾ ਦੇਣਾ, ਮਦਦ ਕਰਨੀ ਆ, ਤੇ ਇੱਕ ਦੂਜੇ ਨਾਲ ਸਾਂਝ ਪਾ ਕੇ ਰੱਖਣੀ ਆ।
ਬੱਚੇ ਇੱਥੇ ਤੁਸੀਂ ਇੱਕ ਮਾਈਂਡ ਮੈਪ ਬਣਾਉਣਾ ਹੈ ਕਿ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੇ ਅੰਦਰ ਸਹਿਯੋਗ ਭਰਦੀਆਂ। ਦੇਖੋ ਰੰਗ ਬਰੰਗੇ ਕਿੰਨੇ ਸੋਹਣੇ ਚੱਕਰ ਬਣੇ ਹੋਏ ਆ, ਇਹਨਾਂ ਵਿੱਚ ਤੁਸੀਂ ਉਹਨਾਂ ਦੇ ਨਾਂ ਰੱਖਣੇ ਆ। ਬੁਲਬੁਲ ਦਾ ਬੱਚਾ ਕਹਾਣੀ ਪੜ੍ਹਨੀ ਨਾ ਭੁੱਲਿਓ, ਬਹੁਤ ਖੂਬਸੂਰਤ ਕਹਾਣੀ ਹੈ ਇਹ, ਕਵਿਤਾ ਵੀ ਹੈ ਇਸ ਲੇਖ ਦੇ ਵਿੱਚ। ਤੇ ਅੱਗੋਂ ਕੈਬ ਰੂਲ ਧਿਆਨ ਨਾਲ ਦੇਖੋ, CABRULE, ਹਰ ਇੱਕ ਅੱਖਰ ਤੋਂ ਕਿੰਨਾ ਕੁਝ ਸਾਨੂੰ ਪਤਾ ਲੱਗ। ਕੋਆਪਰੇਸ਼ਨ, ਐਡਜਸਟਮੈਂਟ, ਬਿਲੋਂਗਿੰਗਨੈਸ, ਰਿਸਪੈਕਟ, ਅੰਡਰਸਟੈਂਡਿੰਗ, ਲਵ, ਇਮੋਸ਼ਨ, ਇਹ ਦੱਸਿਆ ਗਿਆ। ਅੱਗੋਂ ਕੁਝ ਕਿਰਿਆਵਾਂ ਹਨ, ਇਹ ਤੁਹਾਡੇ ਪ੍ਰੈਕਟੀਕਲ ਦੇ ਵਿੱਚ ਵੀ ਆਉਣਗੀਆਂ, ਸੋ ਧਿਆਨ ਰੱਖਿਓ ਕਿ ਜਿਵੇਂ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਖਿਡੌਣੇ ਸਾਂਝੇ ਨਹੀਂ ਕਰਦਾ, ਕਿਵੇਂ ਸੁਧਾਰੋਗੇ ਉਸ ਨੂੰ। ਤੁਸੀਂ ਆਪਣੇ ਮਾਪਿਆਂ ਨੂੰ ਕਿਵੇਂ ਸਹਿਯੋਗ ਦਿੰਦੇ ਹੋ, ਇਹ ਵੀ ਲਿਖਣਾ ਹੈ। ਤੁਹਾਡੇ ਦਾਦਾ ਜੀ ਬਜ਼ੁਰਗ ਹਨ, ਛੋਟੇ-ਛੋਟੇ ਕੰਮਾਂ ਲਈ ਤੁਹਾਡੀ ਮਦਦ ਲੈਂਦੇ ਹਨ। ਜੇ ਉਹ ਤੁਹਾਨੂੰ ਉਸ ਸਮੇਂ ਬੁਲਾਉਣ ਜਦੋਂ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਤੁਸੀਂ ਕੀ ਕਰੋਗੇ? ਉਹਨਾਂ ਨੂੰ ਨਾ ਕਰ ਦੋਗੇ ਕਿ ਉਹਨਾਂ ਦੀ ਮਦਦ ਕਰੋਗੇ। 8ਵਾਂ ਅਧਿਆਇ ਰਾਸ਼ਟਰੀ ਚਿੰਨ੍ਹਾਂ ਤੇ ਸੰਵਿਧਾਨ ਦਾ ਸਤਿਕਾਰ ਹੈ। ਸੋ ਇਹਦੇ ਵਿੱਚ ਆਪਸੀ ਸਹਿਯੋਗ ਸਿਖਾਉਣ ਦੀਆਂ ਗੱਲਾਂ ਵੀ ਹਨ। ਜਿਵੇਂ ਇੱਕ ਕੂਣੀ ਦੇ ਵਿੱਚ ਗੇਂਦ ਲੈ ਕੇ ਨਾ, ਦੋ ਬੱਚਿਆਂ ਨੇ ਗੇਂਦ ਇਕੱਠਿਆਂ ਲੈ ਕੇ ਕੰਧ ਤੱਕ ਲਿਜਾਣੀ ਆ, ਉਹ ਹੱਥ 'ਚ ਨਹੀਂ ਫੜਨੀ ਬਲਕਿ ਕੂਣੀਆਂ ਬਾਹਾਂ, ਦੇਖੋ ਕਿਸ ਤਰ੍ਹਾਂ ਇਹ ਤਸਵੀਰ 'ਚ ਦਿਖਾਇਆ ਗਿਆ, ਉਹਨਾਂ ਦੇ ਨਾਲ ਤੁਸੀਂ ਬਾਲ ਲੈ ਕੇ ਜਾਣੀ ਆ। ਇਸ ਤਰ੍ਹਾਂ ਦੇ ਨਾਲ ਤਾਲਮੇਲ ਦੇ ਨਾਲ ਇਹ ਖੇਡ ਖੇਡਣੀ ਆ। ਇਵੇਂ ਸਾਡੇ ਸੰਵਿਧਾਨ ਦੇ ਵਿੱਚ ਵੀ ਹੈ, ਸਾਡੇ ਕੁਝ ਅਧਿਕਾਰ ਵੀ ਹੈ ਅਤੇ ਕੁਝ ਫਰਜ਼ ਵੀ ਹੈ ਜਿਨ੍ਹਾਂ ਨੂੰ ਅਸੀਂ ਨਿਭਾਉਣਾ ਹੈ। ਸੋ ਉਹਨਾਂ ਦੀ ਚਰਚਾ ਕੀਤੀ ਗਈ ਹੈ। ਰਾਸ਼ਟਰੀ ਚਿੰਨ੍ਹਾਂ ਦੇ ਸੰਵਿਧਾਨ ਦੇ ਸਤਿਕਾਰ ਲਈ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ, ਇਹ ਲਿਸਟ ਤੁਸੀਂ ਜ਼ਰੂਰ ਭਰਨੀ ਆ। ਜਿਵੇਂ ਰਾਸ਼ਟਰੀ ਗਾਨ ਮੌਕੇ ਅਸੀਂ ਉੱਠ ਕੇ ਖੜ੍ਹੇ ਹੋਣਾ ਹੁੰਦਾ ਹੈ, ਰਾਸ਼ਟਰੀ ਝੰਡੇ ਨੂੰ ਅਸੀਂ ਸਲਾਮੀ ਦਿੰਦੇ ਹਾਂ, ਇਸ ਤਰ੍ਹਾਂ। ਅਤੇ ਆਖਰੀ ਸਾਡਾ ਅਧਿਆਇ ਹੈ ਹਮਦਰਦੀ। ਹਮਦਰਦੀ ਦਾ ਅਰਥ ਜਾਣੋ। ਹਮਦਰਦੀ ਹੁੰਦੀ ਹੈ ਕਿਸੇ ਹੋਰ ਦੀਆਂ ਅੱਖਾਂ ਨਾਲ ਵੇਖਣਾ, ਹੋਰ ਦੇ ਕੰਨਾਂ ਨਾਲ ਸੁਣਨਾ ਅਤੇ ਕਿਸੇ ਹੋਰ ਦੇ ਦਿਲ ਨਾਲ ਮਹਿਸੂਸ ਕਰਨਾ। ਕਿਵੇਂ ਹੋਵੇਗਾ ਇਹ? ਮਤਲਬ ਕਿਸੇ ਹੋਰ ਦੇ ਬਾਰੇ ਇੰਨਾ ਸਮਝ ਲੈਣਾ ਕਿ ਉਹ ਕੀ ਸੋਚਦਾ ਹੋਏਗਾ, ਉਹਨੂੰ ਕੀ ਲੱਗਦਾ ਹੋਏਗਾ, ਆਪਣੇ ਆਪ ਨੂੰ ਕਿਸੇ ਹੋਰ ਦੀ ਥਾਂ ਰੱਖ ਕੇ ਫਿਰ ਉਸ ਦੀ ਸਮੱਸਿਆ ਨੂੰ, ਉਸ ਦੇ ਨਜ਼ਰੀਏ ਨੂੰ ਸਮਝਣਾ। ਸੋ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਸਾਨੂੰ ਚੰਗੇ ਸਰੋਤਾ ਵੀ ਹੋਣਾ ਚਾਹੀਦਾ, ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ। ਕੁਝ ਸ਼ਬਦਾਂ ਦਾ ਪਿਟਾਰਾ ਹੈ: ਖੁਸ਼ੀ, ਉਦਾਸੀ, ਚਿੜਚਿੜਾਪਣ, ਪਿਆਰ, ਵਿਸ਼ਵਾਸ, ਡਰ, ਗੁੱਸਾ, ਹੈਰਾਨੀ, ਚਿੰਤਾ। ਸੋ ਇਹਨਾਂ ਭਾਵਨਾਵਾਂ ਨੂੰ ਅਸੀਂ ਦੂਜਿਆਂ ਦੇ ਚਿਹਰੇ ਤੋਂ ਪਛਾਣਨਾ ਹੈ। ਅਤੇ ਇਸੇ ਤਰ੍ਹਾਂ ਅਲੱਗ-ਅਲੱਗ ਸਥਿਤੀਆਂ ਹਨ, ਉਹਨਾਂ ਦੇ ਵਿੱਚ ਤੁਹਾਡਾ ਕਿਸੇ ਲਈ ਕੀ ਵਿਹਾਰ ਹੈ। ਜਿਵੇਂ ਤੁਹਾਡੀ ਜਮਾਤ ਵਿੱਚ ਅਗਰ ਕੋਈ ਦਿਵਿਆਂਗ ਬੱਚਾ ਹੈ, ਬਾਕੀ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਆ, ਤਾਂ ਤੁਹਾਡਾ ਉਹਦੇ ਲਈ ਕੀ ਵਿਹਾਰ ਹੋਣਾ ਚਾਹੀਦਾ। ਕਿਤੇ ਕੋਈ ਬੱਚੇ ਕਤੂਰੇ ਦੀ ਪੂਛ ਫੜ ਕੇ ਖਿੱਚੀ ਜਾਂਦੇ, ਉੱਥੇ ਤੁਹਾਨੂੰ ਕੀ ਕਰਨਾ ਚਾਹੀਦਾ। ਇਸ ਤਰ੍ਹਾਂ ਦੀਆਂ ਕੁਝ ਸਥਿਤੀਆਂ ਹੋਣਗੀਆਂ। ਅਤੇ ਫਿਰ ਬੜੀ ਹੀ ਰੌਚਕ ਸਥਿਤੀ ਹੈ, ਦੋ ਬੱਚੇ ਹਨ, ਇੱਕ ਮਨੂੰ ਬੱਚਾ ਹੈ ਅਤੇ ਇੱਕ ਦਾ ਨਾਂ ਰਾਜੂ ਹੈ। ਮਨੂੰ ਹੁਣੀ ਮਿਲ ਕੇ ਰਾਜੂ ਨੂੰ ਛੇੜਦੇ ਹਨ, ਉਸ ਨੂੰ ਖਿਜਾਉਂਦੇ ਹਨ। ਮਨੂੰ ਨੂੰ ਵੀ ਡਾਇਰੀ ਲਿਖਣ ਦਾ ਸ਼ੌਕ ਹੈ ਅਤੇ ਰਾਜੂ ਨੂੰ ਵੀ। ਹੁਣ ਤੁਸੀਂ ਮਨੂੰ ਦੀ ਥਾਂ 'ਤੇ ਆਪਣੇ ਆਪ ਨੂੰ ਰੱਖ ਕੇ ਮਹਿਸੂਸ ਕਰਨਾ ਹੈ ਕਿ ਮਨੂੰ ਆਪਣੀ ਡਾਇਰੀ ਕਿਵੇਂ ਲਿਖਦਾ ਹੋਏਗਾ, ਅਤੇ ਰਾਜੂ ਦੀ ਥਾਂ 'ਤੇ ਤੁਸੀਂ ਜੇ ਡਾਇਰੀ ਲਿਖੋ ਤਾਂ ਰਾਜੂ ਕਿਵੇਂ ਲਿਖਦਾ ਹੋਏਗਾ, ਇਹ ਵੀ ਤੁਸੀਂ ਰਾਜੂ ਦੀ ਥਾਂ 'ਤੇ ਜਾ ਕੇ ਮਹਿਸੂਸ ਕਰਕੇ ਲਿਖਣਾ ਹੈ। ਸੋ ਕਿਵੇਂ ਪਰਿਵਰਤਨ ਲਿਆਉਣਾ ਚਾਹੀਦਾ ਹੈ ਮਨੂੰ ਅਤੇ ਰਾਜੂ ਨੂੰ ਆਪਣੇ ਵਰਤਾਅ ਵਿੱਚ, ਉਹਦੇ ਲਈ ਵੀ ਸੁਝਾਅ ਦੇਣੇ ਹਨ। ਅਤੇ ਆਖਰ ਦੇ ਵਿੱਚ ਬਹੁਤ ਹੀ ਦਿਲਚਸਪ ਪੰਨਾ ਹੈ, ਤੁਸੀਂ ਇਸ ਕਿਤਾਬ ਤੋਂ ਕੀ ਸਿੱਖਿਆ, ਹਰ ਪਾਠ ਦੇ ਵਿੱਚੋਂ ਮਿਲੀ ਸਿੱਖਿਆ ਬਾਰੇ ਜ਼ਰੂਰ ਲਿਖਿਓ। ਸ਼ੁਭ ਕਾਮਨਾਵਾਂ।